नमस्कार साथियों। रीड ते लेवल 1 ਅਤੇ ਲੈਵਲ 2 ਦੇ ਅੰਦਰ ਪੰਜਾਬੀ ਲੈਂਗੁਏਜ ਦੇ ਅੰਦਰ ਆਪਣਾ ਕਵਿਤਾ ਦੇ ਬਾਰੇ ਟੌਪਿਕ ਚੱਲ ਰਿਹਾ ਸੀ। ਕਵਿਤਾ ਯਾਨੀ ਜੋ ਆਪ ਨੂੰ ਸੈਕਿੰਡ ਲੈਂਗੁਏਜ ਪੰਜਾਬੀ ਦੇ ਅੰਦਰ ਇੱਕ ਅਣਡਿੱਠਾ ਕਾਵੀ ਟੋਟਾ ਮਿਲਣ ਵਾਲਾ ਜਿਸ ਤੋਂ ਸੰਬੰਧਿਤ ਪ੍ਰਸ਼ਨ ਪੁੱਛੇ ਜਾਣਗੇ, ਉਸ ਦੇ ਜੋ ਟੌਪਿਕ ਆਪ ਨੂੰ ਸਿਲੇਬਸ ਦੇ ਅੰਦਰ ਦਿੱਤੇ ਗਏ ਨੇ ਉਹ ਆਪਾਂ ਹੱਲ ਕਰ ਰਹੇ ਸੀ। ਪਿਛਲੀ ਕਲਾਸ ਦੇ ਅੰਦਰ ਆਪਾਂ ਕਵਿਤਾ ਦੀ ਪਰਿਭਾਸ਼ਾ ਤੇ ਕਵਿਤਾ ਦੇ ਅਰਥ ਦੇ ਬਾਰੇ ਦੇਖਿਆ ਸੀ, पर अज की इस क्लास के अंदर आप देखांगे कवि और कविता के तत्तां दे बारे, क्योंकि आपनू जो टॉपिक दिते है यही टॉपिक दिते ने कि कविता के तत्त की हुंदे ने, उस तो संबंधित जिहड़े प्रश्न आपनू पूछे जाने वाले ने वो किस तरीके दे होणगे। जेकर आपनू ये तत्तां दे बारे जानकारी हो जाएगी तो वो प्रश्नां नू तुसीं हल करन दे अंदर कामयाब होवोगे। ये जो मैं आपनू टॉपिक कंप्लीट करवा रहा हाँ आप दे लई ये जो स्क्रीन ते तुसीं देख रहे हो, इस तो अलावा आपनू जो PDF भी इसकी मिलने वाली है, ये पंजाब स्कूल सिक्ख्या बोर्ड की ਸਾਹਿਤ ਬੋਧ नामक पुस्तक है, उस दे अंदरों मैं लिया है। इस तो बाद मैं 2 होर आपनू PDF अवेलेबल करवावांगा, नाल ही वीडियो भी, क्योंकि PDF का मतलब है कि उसनू समझाउणा भी, तो वो भी वीडियो मिलणगे आपनू प्लस PDF मिलेगी, वो भी कविता के तत्तां तो संबंधित ही होएगी। एक तो वधेरे जगह तुसी एक ही टॉपिक नू जदों पढ़ोगे तो वधिया तरीके नाल समझ आ जाएगा। तो साथियों गल करते हैं आपां अज इस कविता के अंदर अपने अगले पॉइंटां दी। पहले गल करांगे कि कवि की है। कविता की आपां गल कर चुके हैं, कविता के अर्थ की गल कर चुके हैं, परिभाषा देख चुके हैं, तो हुण आपां देख लैंदे हां कि कवि की है। कवि एक अति संवेदनशील व्यक्ति हुंदा है, यानी कवि कौन हुंदा है? वो हुंदा है जिहड़ा बहुत ही संवेदनशील होवे। हरेक मनुख कवि नहीं बन सकता, ये गल नोट कर लेना। ये गल शुरू दे अंदर ही आ जाती है कि कविता कोई हर एक दे वस दी गल नहीं है, क्योंकि ਸਾਹਿਤ है जिहड़ी वो भी अपने आप दे अंदर कला है, तो कवि है जिहड़ा वो एक महारत हासिल हुंदा है, हर एक इंसान नहीं हो सकता। कवि संवेदना ਅਤੇ ਸਮਰੱਥਾ ਨਾਲ ਸਮੁੱਚੀ ਲੋਕਾਈ ਦੇ ਦੁੱਖ ਦਰਦ ਤੇ ਖੁਸ਼ੀਆਂ ਖੇੜਿਆਂ ਨੂੰ ਆਪਣਾ ਬਣਾ ਕੇ ਪੇਸ਼ ਕਰਦਾ ਹੈ ਅਤੇ ਆਪਣੇ ਨਿੱਜੀ ਦੁੱਖ ਅਤੇ ਖੁਸ਼ੀਆਂ ਨੂੰ ਸਮੂਹਕ ਬਣਾ ਦਿੰਦਾ ਹੈ। ਹੁਣ ਕਵੀ ਕੌਣ ਹੋ ਸਕਦਾ ਹੈ? ਇੱਥੇ ਇਹ ਬਹੁਤ ਵੱਡੀ ਗੱਲ ਦੱਸੀ ਗਈ ਕਿ ਕਵੀ ਕੌਣ ਹੋ ਸਕਦਾ ਹੈ। ਕਵੀ ਉਹ ਲੋਕ ਹੋ ਸਕਦੇ ਹੈ ਜਿਨ੍ਹਾਂ ਦੇ ਅੰਦਰ ਇਸ ਪ੍ਰਕਾਰ ਦੀ ਯਾਨੀ ਕੋਈ ਸੰਵੇਦਨਾ ਹੋਵੇ। ਸੰਵੇਦਨਾ ਤੁਸੀਂ ਪੜ੍ਹਿਆ ਹੋਏਗਾ, ਕਿਉਂਕਿ ਸਾਈਕੋ ਜਿਹੜਾ ਟੌਪਿਕ ਹੈ ਉਹ ਆਪਦੇ ਰੀਡ ਦੇ ਅੰਦਰ ਵੀ ਹੈ, ਤੇ ਸਾਈਕੋ ਜਿਹੜੇ ਪੜ੍ਹਨਗੇ ਉਹਨਾਂ ਨੂੰ ਸੰਵੇਦਨਾ ਦੇ ਬਾਰੇ, ਭਾਵ ਦੇ ਬਾਰੇ, ਇਹਨਾਂ ਦੇ ਬਾਰੇ ਪਤਾ ਹੋਏਗਾ। ਇਹ ਟੌਪਿਕ ਆਪ ਨੂੰ ਸਾਈਕੋ ਦੇ ਅੰਦਰ ਵੀ ਮਿਲਣ ਵਾਲੇ ਨੇ, ਜਾਂ ਫਿਰ ਤੁਸੀਂ ਪੜ੍ਹ ਚੁੱਕੇ ਹੋ ਜਾਂ ਪੜ੍ਹ ਲੈਣਾ, ਇਹ ਆਪਦੇ ਸਿਲੇਬਸ ਦੇ ਅੰਦਰ ਹੀ ਹੈ। ਤਾਂ ਸੰਵੇਦਨਾ ਜਿਹੜੀ ਹੈ, संवेदना वाला इंसान, या फिर यूँ कहिए कि ਉਹਦੇ अंदर इस प्रकार की समर्था होवे, यानी ਉਹਦੇ अंदर ऐसी शक्ति होवे, ऐसी पावर होवे कि ਉਹਦੀ ਜਿਹੜੀ आत्मिक ਜਿਹੜੇ सुख दुख ने ਉਹਦੀ सहनशीलता ग्रहण ਕਰਨ ਦੇ ਤੇ ਆਪਣੇ ਜਿਹੜੇ सुख दुख ने ਉਹ ਲੋਕਾਂ ਦੇ ਸਾਹਮਣੇ ਰੱਖਣ ਦੀ ਇੱਕ ਹਿੰਮਤ ਹੁੰਦੀ ਹੈ, ਇੱਕ ਸਾਹਸ ਹੁੰਦਾ ਹੈ। यानी ਉਹ ਕਵੀ ਕੋਈ ਆਪਣੇ ਸੈਲਫ ਤੱਕ ਨਹੀਂ ਰਹਿੰਦਾ, अपने आप तक सीमित नहीं रहिंदा, वो समूहक हो जाता है, यानी वो समाजिक हो जाता है, वो दूजियां दे लई हुंदा है। जे उहदे कोले खुशियां ने तो लोकां च वंडदा है, अपने जिहड़े सुखां दुखां दा प्रगटावा वो समाज दे सामने अपनी कविता दी मार्फत करदा है, ते जिहड़ा समाज दा सुख दुख है वो अपनी कविता दे राहीं वो लोकां तक फिर उसनूं पहुंचाउंदा है। इस प्रकार दा जिहड़ा इंसान हुंदा है वो असल दे अंदर कवि हो सकदा है। ਇਉਂ ਵੀ ਕਿਹਾ ਜਾਂਦਾ ਹੈ ਕਿ ਇੱਕ ਚੰਗਾ ਕਵੀ ਲੋਕਾਈ ਭਾਗ ਦੂਜਿਆਂ ਦੇ ਅਥਰੂ ਆਪਣੀਆਂ ਅੱਖਾਂ ਵਿੱਚ ਅਤੇ ਆਪਣੇ ਅਥਰੂ ਸਮੁੱਚੀ ਲੋਕਾਈ ਦੀਆਂ ਅੱਖਾਂ ਵਿੱਚ ਟੰਗ ਦਿੰਦਾ ਹੈ। ਯਾਨੀ ਦੂਜੇ ਲਫ਼ਜ਼ਾਂ 'ਚ ਇਹ ਗੱਲ ਕਹੀ ਜਾਏ ਕਿ ਕਵੀ ਉਹ ਹੋ ਸਕਦਾ ਹੈ ਜਿਹੜੇ ਆਪਣੇ ਹੰਝੂ ਹੈ ਜਿਹੜੇ ਉਹ ਲੋਕਾਂ ਦੇ ਹੰਝੂ ਬਣਾ ਦੇਵੇ, ਅਤੇ ਜਿਹੜੇ ਲੋਕਾਂ ਦੇ ਯਾਨੀ ਲੋਕਾਂ ਤੋਂ ਮਤਲਬ ਸਮਾਜ ਦੇ ਸਾਡੇ ਉਹ ਵਰਤਾਰੇ ਦੇ ਜਿਸ ਦੇ ਅੰਦਰ ਅਸੀਂ ਰਹਿ ਰਹੇ ਹਾਂ, ਜਿਸ ਦੇ ਅੰਦਰ ਅਸੀਂ ਆਪਣੇ ਦੈਨਿਕ ਜੀਵਨ ਨੂੰ ਹੰਢਾ ਰਹੇ ਹਾਂ, ਤਾਂ ਉਹਨਾਂ ਦੇ ਜਿਹੜੇ ਸੁੱਖ ਦੁੱਖ ਨੇ ਉਹ ਉਹਨਾਂ ਨੂੰ ਆਪਣੇ ਦੁੱਖ ਬਣਾ ਲਵੇ, ਤਾਂ ਉਹ ਅਸਲ ਦੇ ਅੰਦਰ ਕਵੀ ਹੁੰਦਾ। ਯਾਨੀ ਇਸ ਪ੍ਰਕਾਰ ਦੀ ਜਿਹਦੇ ਕੋਲੇ ਸਮਰੱਥਾ ਹੋਵੇ, ਮਹਾਰਤ ਹਾਸਲ ਹੋਵੇ ਕਿ ਆਪਣੇ ਦੁੱਖ ਸੁੱਖ ਨੂੰ ਦੂਜਿਆਂ ਦਾ ਸੁੱਖ ਦੁੱਖ ਬਣਾ ਦੇਵੇ। ਹਰ ਕੋਈ ਆਤਮਿਕ ਤੌਰ 'ਤੇ ਉਸ ਦੇ ਨਾਲ ਜਦੋਂ ਜੁੜ ਜਾਂਦਾ ਹੈ ਉਹ ਉਸ ਦੀ ਕਵਿਤਾ ਦੇ ਮਾਰਫਤ ਜੁੜਦਾ ਹੈ,
ਉਹਦਾ ਜਿਹੜਾ ਮਾਧਿਅਮ ਹੁੰਦਾ ਉਹ ਕਵਿਤਾ ਹੁੰਦਾ ਹੈ, ਤਾਂ ਉਹ ਜਿਹੜੀ ਸ਼ਮਤਾ ਵਾਲਾ ਇਨਸਾਨ ਹੋਏਗਾ ਉਹਨੂੰ ਆਪਾਂ ਕਵੀ ਕਹਾਂਗੇ। ਇੱਥੇ ਉਸ ਦੇ ਨਿੱਜੀ ਦੁੱਖ ਖੁਸ਼ੀਆਂ ਸਮੂਹਕ ਹੋ ਜਾਂਦੇ ਨੇ। ਇੱਕ ਵੱਡੀ ਗੱਲ ਇਹ ਹੈ ਕਿ ਉਹਦੇ ਨਿੱਜੀ ਜਿਹੜੇ ਸੁੱਖ ਦੁੱਖ ਹੁੰਦੇ ਨੇ ਉਹ ਸਭ ਦੇ ਲਈ ਹੋ ਜਾਂਦੇ ਨੇ, ਉਹਦੇ ਇਕੱਲੇ ਤੱਕ ਸੀਮਿਤ ਨਹੀਂ ਰਹਿੰਦੇ। ਹੁਣ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਹਰ ਇੱਕ ਇਨਸਾਨ ਦੇ ਆਪਣੇ ਆਪਣੀਆਂ ਖੁਸ਼ੀਆਂ ਨੇ, ਆਪਣੇ ਆਪਣੇ ਦੁੱਖ ਨੇ, ਪਰ ਜਦੋਂ ਐਸੇ ਚੀਜ਼ ਨੂੰ ਸਾਡੇ ਇਕੱਲੇ ਦੇ ਜਿਹੜੇ ਸੁੱਖ ਦੁੱਖ ਨੇ ਉਹਨੂੰ ਕਿਸੇ ਇਸ ਸਾਂਚੇ ਦੇ ਅੰਦਰ ਢਾਲ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਜਾਏ, ਉਹ ਦੁੱਖ ਸਾਡਾ ਨਾ ਰਹਿ ਕੇ ਉਹ ਸਭ ਦਾ ਬਣ ਜਾਏ, ਤਾਂ ਉਹ ਕਲਾ ਵਾਲਾ ਇਨਸਾਨ ਹੈ ਜਿਹੜਾ, ਉਸ ਸਮਰੱਥਾ ਵਾਲਾ ਇਨਸਾਨ ਹੈ ਜਿਹੜਾ, ਉਹਨੂੰ ਆਪਾਂ ਕਵੀ ਕਹਿ ਸਕਦੇ ਹਾਂ। ਅਤੇ ਕਵੀ ਉਹ ਆਪਣੀ ਜਿਹੜੀ ਕਵਿਤਾ ਹੈ ਨਾ, ਸਾਹਿਤ ਰੂਪ, ਉਸ ਦੇ ਮਾਧਿਅਮ ਨਾਲ ਉਹ ਲੋਕਾਂ ਤੱਕ ਪਹੁੰਚ ਕਰਵਾਉਂਦਾ ਹੈ। ਅਤੇ ਲੋਕ ਸਮੂਹ ਦੇ ਦੁੱਖ ਸੁੱਖ ਖੁਸ਼ੀਆਂ ਕਵੀ ਦੀਆਂ ਨਿੱਜੀ ਹੋ ਨਿਬੜਦੀਆਂ ਨੇ। ਅਤੇ ਉਹ ਕਵੀ ਇੱਥੇ ਹੀ ਦੂਜੀ ਗੱਲ ਇਹ ਵੀ ਹੈ ਕਿ ਜੇ ਲੋਕਾਂ ਦੇ ਸੁੱਖ ਦੁੱਖ ਹੈ ਤਾਂ ਉਹ ਕਵੀ ਉਹ ਆਪਣੇ ਸੁੱਖ ਦੁੱਖ ਸਮਝਦਾ ਹੈ ਉਸਨੂੰ, ਅਤੇ ਆਪਣੀ ਕਵਿਤਾ ਦੇ ਅੰਦਰ ਉਹਨਾਂ ਨੂੰ ਜਗ੍ਹਾ ਦਿੰਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਕਵੀ ਆਪਣੀ ਕਲਪਨਾ ਨਾਲ ਸਮੇਂ ਅਤੇ ਸਥਾਨ ਦੀਆਂ ਵਲਗਣਾ ਵੀ ਟੱਪ ਜਾਂਦਾ ਹੈ। ਤਾਂ ਹੀ ਕਿਹਾ ਹੈ ਕਿ ਜਿੱਥੇ ਨਾ ਪਹੁੰਚੇ ਰਵੀ ਉੱਥੇ ਪਹੁੰਚੇ ਕਵੀ। ਆਹ ਗੱਲ ਤੁਸੀਂ ਸੁਣੀ ਹੋਏਗੀ, ਪੜ੍ਹੀ ਹੋਏਗੀ, ਦੇਖਣ ਨੂੰ ਮਿਲੀ ਹੋਏਗੀ ਕਿ ਜਿੱਥੇ ਨਾ ਪਹੁੰਚੇ ਰਵੀ ਅਤੇ ਉੱਥੇ ਪਹੁੰਚੇ ਕਵੀ। ਕਿਉਂਕਿ ਇੱਕ ਗੱਲ ਕਹੀ ਗਈ ਹੈ ਕਿ ਕਵੀ ਉਹ ਹੈ ਜਿਹੜਾ ਛੋਟੀਆਂ, ਜਾਂ ਅਸੀਂ ਇਹ ਕਹੀਏ ਕਿ ਵਲਗਨਤਾ ਸਮਝਦੇ ਹੋਵੋਗੇ ਤੁਸੀਂ, ਯਾਨੀ ਇੱਕ ਦਾਇਰਾ, ਉਹ ਦਾਇਰਾ ਜਿਸ ਦੇ ਅੰਦਰ ਅਸੀਂ ਰਹਿੰਦੇ ਹਾਂ, ਯਾਨੀ ਇੱਕ ਚਾਰ ਦੀਵਾਰੀ, ਇੱਕ ਘੇਰਾ ਜਿਸ ਦੇ ਅੰਦਰ ਅਸੀਂ ਨਿਵਾਸ ਕਰਦੇ ਹਾਂ। ਪਰ ਇੱਕ ਸਮਾਜਿਕ ਵਲਗਣ ਸਾਡੀ ਹੁੰਦੀ ਹੈ ਕਿ ਬਈ ਇਹ ਨਿਯਮਾਂ ਤੋਂ ਬਾਹਰ ਨਹੀਂ ਜਾਣਾ, ਅਸੀਂ ਇਸ ਦਾਇਰੇ ਤੋਂ ਬਾਹਰ ਨਹੀਂ ਜਾਣਾ, ਇਹਨਾਂ ਨਿਯਮਾਂ ਨੂੰ ਤੋੜ ਕੇ ਉਲੰਘਣਾ ਨਹੀਂ ਕਰਨੀ ਅਸੀਂ, ਇੱਕ ਉਹ ਵਲਗਣ ਹੋ ਗਈ। ਹੁਣ ਕਵੀ ਕੀ ਕਰਦਾ, ਉਹ ਸਾਰੀਆਂ ਵਲਗਣਾ ਕਰੋਸ ਕਰ ਜਾਂਦਾ ਹੈ, ਅਰਥਾਤ ਟੱਪ ਜਾਂਦਾ ਹੈ। ਕਿਵੇਂ? ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਕਿ ਜਿੱਥੇ ਨਾ ਪਹੁੰਚੇ ਰਵੀ ਉੱਥੇ ਪਹੁੰਚੇ ਕਵੀ, ਯਾਨੀ ਲੋਕਾਂ ਦੇ ਨਿੱਜੀ ਜਿਹੜੇ ਦੁੱਖ ਸੁੱਖ ਨੇ ਉਹਨਾਂ ਨੂੰ ਆਪਣੀ ਕਵਿਤਾ 'ਚ ਜਗ੍ਹਾ ਦੇ ਕੇ ਉਹ ਸਭ ਦੇ ਸਾਹਮਣੇ ਇਸ ਤਰੀਕੇ ਨਾਲ ਪੇਸ਼ ਕਰਦਾ ਹੈ ਕਿ ਕਿਸੇ ਇੱਕ ਦਾ ਸੁੱਖ ਦੁੱਖ ਨਹੀਂ ਰਹਿੰਦਾ, ਸਗੋਂ ਸਭ ਦੇ ਬਣ ਜਾਂਦੇ ਨੇ। ਇੱਥੇ ਮੇਰੇ ਇੱਕ ਅੰਮ੍ਰਿਤਾ ਪ੍ਰੀਤਮ ਦੀ ਉਹ ਮੈਂ ਤਵਾਰੀਖ ਹਿੰਦ ਦੀ ਜਿਹੜੀ ਪੋਇਮ ਹੈ ਅਸੀਂ ਕਹਾਂਗੇ, ਤਾਂ ਉੱਥੇ ਜਿਹੜੀ ਅੰਮ੍ਰਿਤਾ ਪ੍ਰੀਤਮ ਨੇ ਜਿਹੜੀ ਡੂੰਘਾਈ ਦੇ ਨਾਲ ਆਪਣੀ ਕਵਿਤਾ ਪੇਸ਼ ਕੀਤੀ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਇੱਕ ਰੋਈ ਸੀ ਧੀ ਪੰਜਾਬ ਦੀ ਜਿਹਨੇ ਲਿਖ ਲਿਖ ਮਾਰੇ ਵੈਣ, ਤੇ ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਕਿਤੇ ਨਾ ਕਿਤੇ ਕਵਿਤਰੀ ਦਾ ਉਹ ਜਿਹੜਾ ਦਰਦ ਹੈ ਵਾਰਿਸ ਸ਼ਾਹ ਤੱਕ ਆਵਾਜ਼ ਪਹੁੰਚਾਉਣ ਦਾ, ਉਹ ਅਜੋਕੇ ਉਸ ਵੇਲੇ ਦੇ ਸਮਾਜ ਨੂੰ ਦੇਖ ਕੇ ਸੀ। ਤਾਂ ਇਹ ਜਿਹੜੀ ਇੱਕ ਤਰੀਕੇ ਦੀ ਪਹੁੰਚ ਹੈ, ਅਸੀਂ ਕਵੀ ਦੀ ਪਹੁੰਚ ਕਹਾਂਗੇ। ਇਹ ਕਵੀ ਦੀ ਜਿਹੜੀ ਪਹੁੰਚ ਹੈ ਉਹ ਕਿਸੇ ਇੱਕ ਦਾਇਰੇ ਦੇ ਅੰਦਰ ਨਹੀਂ ਹੈ, ਉਹ ਵਲਗਣਾ ਕਰੋਸ ਕਰ ਰਹੀ ਹੈ ਅਤੇ ਉਸ ਜਗ੍ਹਾ 'ਤੇ ਪਹੁੰਚ ਰਹੀ ਹੈ ਜਿੱਥੇ ਅਸੀਂ ਕਹਿ ਦਈਏ ਕਿ ਰਵੀ ਵੀ ਨਹੀਂ ਪਹੁੰਚਿਆ, ਯਾਨੀ ਸੂਰਜ ਵੀ ਨਹੀਂ ਪਹੁੰਚਿਆ। ਕਵੀ ਦੀ ਵਿਲੱਖਣਤਾ ਦੀ ਗੱਲ ਪ੍ਰਸਿੱਧ ਕਵੀ ਸੁਰਜੀਤ ਪਾਤਰ ਇਸ ਤਰ੍ਹਾਂ ਲਿਖਦਾ। ਸੁਰਜੀਤ ਪਾਤਰ ਵੀ ਆਪਣੇ ਲਫ਼ਜ਼ਾਂ 'ਚ ਇਸ ਤਰੀਕੇ ਦੀ ਗੱਲ ਕਹਿੰਦਾ ਹੈ, ਮਿੱਟੀ ਉੱਤੇ, ਫੁੱਲ ਦੇ ਉੱਤੇ ਅਤੇ ਸ਼ਾਇਰ ਦੇ ਦਿਲ 'ਤੇ ਇੱਕ ਮੋਈ ਤਿਤਲੀ ਦਾ ਹੁੰਦਾ ਵੱਖੋ ਵੱਖਰਾ ਭਾਰ। ਤਾਂ ਸੁਰਜੀਤ ਪਾਤਰ ਦੀਆਂ ਇਹ ਲਫ਼ਜ਼ਾਂ ਦੇ ਅੰਦਰ, ਸਤਰਾਂ ਦੇ ਅੰਦਰ ਆਪਾਂ ਨੂੰ ਇਹ ਗੱਲਾਂ ਮਿਲਦੀਆਂ ਨੇ। ਤਾਂ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਅਸਲ ਦੇ ਅੰਦਰ ਕਵੀ ਕੌਣ ਹੁੰਦਾ ਹੈ। ਪਰ ਹੁਣ ਆਪਾਂ ਗੱਲ ਕਰਦੇ ਹਾਂ ਕਵਿਤਾ ਦੇ ਤੱਤਾਂ ਦੇ ਬਾਰੇ। ਤੱਤ, ਇਸ ਨੂੰ ਜੇਕਰ ਤੁਸੀਂ ਸਮਝ ਗਏ, ਜੇਕਰ ਆਪ ਨੂੰ ਇਹ ਪੁਆਇੰਟਾਂ ਦੀ ਸਮਝ ਆ ਗਈ ਕਿ ਇਹ ਇਸ ਦੇ ਅੰਦਰ ਅਸਲ 'ਚ ਪੁੱਛਿਆ ਕੀ ਜਾਂਦਾ ਹੈ, ਹੁੰਦਾ ਕੀ ਹੈ, ਤਾਂ ਫਿਰ ਸਮਝੋ ਇਹਨਾਂ ਦੇ ਅੰਦਰੋਂ ਹੀ ਪ੍ਰਸ਼ਨ ਪੁੱਛਣੇ। ਅਤੇ ਇਸ ਤੋਂ ਸੰਬੰਧਿਤ ਜੋ ਪ੍ਰਸ਼ਨ ਪੁੱਛਣੇ ਨੇ ਸਾਥੀਓ, ਮੈਂ ਆਪ ਨੂੰ ਇਹ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਜਿਹੜੇ ਇਸ ਕਾਵੀ ਟੋਟੇ ਤੋਂ ਸੰਬੰਧਿਤ ਪ੍ਰਸ਼ਨ ਪੁੱਛਣ ਵਾਲੇ ਨੇ ਉਹ ਨਾ ਤਾਂ ਇੰਨੇ ਸੌਖੇ ਹੈ ਕਿ ਤੁਸੀਂ ਬੜੇ ਆਰਾਮ ਨਾਲ ਉੱਤਰ ਦੇ ਸਕੋ, ਅਤੇ ਨਾ ਹੀ ਇੰਨੇ ਔਖੇ ਹੈ ਕਿ ਉਹ ਤੁਹਾਡੀ ਪਹੁੰਚ ਤੋਂ ਬਾਹਰ ਹੋਣ। ਯਾਨੀ ਜ਼ਰੂਰਤ ਇਹ ਹੈ ਕਿ ਜਿਨ੍ਹਾਂ ਨੂੰ ਇਹ ਪੁਆਇੰਟਾਂ ਦੀ ਸਮਝ ਹੋਏਗੀ ਉਹ ਤਾਂ ਇਸ ਦੇ ਭਾਵ ਅਰਥ ਚੀਜ਼ਾਂ ਸਮਝ ਕੇ ਉੱਤਰ ਦੇ ਸਕਦੇ ਨੇ, ਅਤੇ ਜਿਨ੍ਹਾਂ ਨੂੰ ਇਹ ਸਮਝ ਨਹੀਂ ਹੋਏਗੀ ਤਾਂ ਹੋ ਸਕਦਾ ਉਹ ਕਨਫਿਊਜ਼ ਕਰਨ ਵਾਲੇ ਜਿਹੜੇ ਵਿਕਲਪ ਹੋਣਗੇ ਆਪਣੇ ਸਾਹਮਣੇ ਤਾਂ ਉਹਨਾਂ 'ਚ ਉਲਝ ਕੇ ਰਹਿ ਜਾਣਗੇ। ਇਸ ਲਈ ਮੇਰੀ ਕੋਸ਼ਿਸ਼ ਹੈ ਕਿ ਪੁਆਇੰਟ ਨੂੰ ਸਮਝਾਵਾਂ, ਅਤੇ ਪੁਆਇੰਟ ਜੇਕਰ ਸਮਝ 'ਚ ਆ ਗਿਆ ਤਾਂ ਅਸੀਂ ਫਿਰ ਦਿੱਤੇ ਹੋਏ ਪ੍ਰਸ਼ਨ ਦਾ ਜਿਹੜਾ ਰਾਈਟ ਵਿਕਲਪ ਹੈ
ਉਹ ਚੋਣ ਕਰਨ ਦੇ ਅੰਦਰ ਕਾਮਯਾਬ ਹੋ ਜਾਵਾਂਗੇ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਵਿਤਾ ਦੇ ਤੱਤਾਂ ਦੀ। ਕਵਿਤਾ ਦੀ ਸਿਰਜਣ ਪ੍ਰਕਿਰਿਆ ਵਿੱਚ ਨਿਰਸੰਦੇਹ ਬਹੁਤ ਸਾਰੇ ਤੱਤ ਕਿਰਿਆਸ਼ੀਲ ਹੁੰਦੇ ਨੇ। ਇਹ ਗੱਲ ਤਾਂ ਆਪ ਨੂੰ ਪਤਾ ਹੀ ਹੈ ਕਿ ਜਦੋਂ ਕਵਿਤਾ ਆਪਾਂ ਕੋਈ ਕਵੀ ਰਚਦਾ ਹੈ ਤਾਂ ਉਹਦੇ ਅੰਦਰ ਕੋਈ ਇੱਕ ਤੱਤ ਨਹੀਂ ਹੁੰਦਾ, ਇੱਕ ਤੋਂ ਜ਼ਿਆਦਾ ਤੱਤ ਹੁੰਦੇ ਨੇ, ਬਹੁਤ ਸਾਰੇ ਤੱਤ ਹੁੰਦੇ ਨੇ ਜਿਹੜੇ ਆਪਣੇ ਆਪਣੇ ਢੰਗ ਦੇ ਨਾਲ ਵਿਚਰਦੇ ਨੇ ਉਸ ਕਵਿਤਾ ਦੇ ਅੰਦਰ। ਇਹਨਾਂ ਤੱਤਾਂ ਦੇ ਸੁਚੱਜੇ ਸੁਮੇਲ ਤੋਂ ਕਵਿਤਾ ਦਾ ਜਨਮ ਹੁੰਦਾ ਹੈ। ਯਾਨੀ ਇਹਨਾਂ ਦਾ ਸਾਰਾ ਇੱਕ, ਅਸੀਂ ਇਹ ਕਹੀਏ ਕਿ ਇੱਕ ਕਵਿਤਾ ਦੇ ਜਿਹੜੇ ਸਾਰੇ ਤੱਤ ਹੁੰਦੇ ਨੇ, ਹਰ ਇੱਕ ਤੱਤ ਦਾ ਕੋਈ ਨਾ ਕੋਈ ਰੋਲ ਪਲੇ ਹੁੰਦਾ ਹੈ, ਕੋਈ ਨਾ ਕੋਈ ਉਸ ਦਾ ਆਪਣੀ ਜਗ੍ਹਾ ਵਜੂਦ ਹੁੰਦਾ ਹੈ ਇਸ ਕਵਿਤਾ ਦੇ ਅੰਦਰ, ਜਿਸ ਦੇ ਨਾਲ ਉਹ ਕਵਿਤਾ ਹੈ ਜਿਹੜੀ ਆਪਣੇ ਅਸਲੀ ਨਿਖਾਰ ਦੇ ਅੰਦਰ, ਅਸੀਂ ਇਹ ਕਹੀਏ ਕਿ ਅਸਲੀ ਉਹ ਜਿਹੜਾ ਕਵਿਤਾ ਦਾ ਜਿਹੜਾ ਉਦੇਸ਼ ਹੁੰਦਾ ਹੈ, ਪਰਪਜ ਹੁੰਦਾ ਹੈ, ਉਸ ਦੁਨੀਆ ਦੇ ਸਾਹਮਣੇ ਫੇਰ ਹੀ ਕਾਮਯਾਬ ਹੋ ਪਾਉਂਦਾ ਜੇਕਰ ਸਾਰੇ ਤੱਤ ਕਿਰਿਆਸ਼ੀਲ ਹੋਣ ਅਤੇ ਉਹ ਆਪਣੀ ਆਪਣੇ ਰੋਲ ਪਲੇ ਕਰ ਰਹੇ ਹੋਣ। ਪਰ ਇਹਨਾਂ ਤੱਤਾਂ ਦਾ ਨਿਖੇੜਾ ਕਰਨਾ ਅਸਲੋਂ ਹੀ ਅਸੰਭਵ ਹੈ। ਹੁਣ ਇਹ ਗੱਲ ਬੜੀ ਜ਼ਰੂਰੀ ਆ ਜਾਂਦੀ ਹੈ ਵੀ ਜਿੰਨੇ ਵੀ ਤੱਤ ਨੇ, ਇਹ ਨਹੀਂ ਕਿ ਆਪਾਂ ਉਹਨਾਂ ਦਾ ਨਿਖੇੜਾ ਕਰ ਦਿਆਂਗੇ, ਇਹ ਅਸਲ ਦੇ ਅੰਦਰ ਅਸੰਭਵ ਜੀ ਗੱਲ ਹੈ। ਕਵਿਤਾ ਦੀ ਸਿਰਜਣਾ ਦੇ ਸੰਗਠਨ ਦੇ ਸੰਦਰਭ ਵਿੱਚ ਇਹਨਾਂ ਬਾਰੇ ਚਰਚਾ ਕੀਤੀ ਜਾ ਸਕਦੀ ਹੈ। ਹੁਣ ਆਪਾਂ ਇੱਕ ਇੱਕ ਪੁਆਇੰਟ ਦੇ ਮਾਰਫਤ ਇਹਨਾਂ ਨੂੰ ਸਮਝਾਂਗੇ ਕਿ ਅਸਲ ਦੇ ਅੰਦਰ ਇਹ ਹੁੰਦੇ ਕੀ ਨੇ। ਤਾਂ ਸਭ ਤੋਂ ਪਹਿਲੇ ਆਪਾਂ ਦੇਖਾਂਗੇ ਕਾਵੀ ਭਾਸ਼ਾ, ਯਾਨੀ ਕਾਵੀ ਭਾਸ਼ਾ ਕੀ ਹੈ। ਪਹਿਲੇ ਤਾਂ ਇਹ ਗੱਲ ਸਮਝਾਂਗੇ ਕਿ ਕਾਵੀ ਭਾਸ਼ਾ ਹੈ ਕੀ। ਭਾਸ਼ਾ ਕਵੀ ਦੀ ਕਵਿਤਾ ਸਿਰਜਣਾ ਦਾ ਕੱਚਾ ਮਸਾਲਾ ਹੈ। ਭਾਸ਼ਾ ਕੀ ਹੈ? ਕਵੀ ਹੈ ਜੋ ਜਿਸਨੇ ਕਵਿਤਾ ਰਚਣੀ ਹੈ, ਲਿਖਣੀ ਹੈ। ਇਹ ਮੰਨੋ ਤੁਸੀਂ ਲਿਖਣੀ ਹੈ, ਯਾਨੀ ਅਸੀਂ ਉਹਨੂੰ ਰਚਨੀ ਕਹਾਂਗੇ। ਤੇ ਕਵੀ ਦੀ ਕਵਿਤਾ ਦਾ ਜਿਹੜਾ ਕੱਚਾ ਮਸਾਲਾ ਤੁਸੀਂ ਸਮਝਦੇ ਹੀ ਹੋਵੋਗੇ, ਉਹ ਅਸੀਂ ਸਾਧਨ ਕਹਾਂਗੇ, ਉਹ ਚੀਜ਼ਾਂ ਕਹਾਂਗੇ ਜਿਸ ਦੇ ਨਾਲ ਉਹ ਪੂਰੀ ਇਮਾਰਤ, ਬਿਲਡਿੰਗ ਖੜੀ ਹੋਣੀ ਹੈ, ਪੂਰਾ ਬੰਗਲਾ ਬਣਨਾ ਹੈ। ਉਸ ਦਾ ਜਿਹੜਾ ਫੁਟਕਰ ਸਮਾਨ ਹੁੰਦਾ ਹੈ ਨਾ, ਜਿਹੜਾ ਜਿਸ ਨੂੰ ਅਸੀਂ ਕੱਚਾ ਮਸਾਲਾ ਆ ਗਿਆ। ਹੁਣ ਕਵਿਤਾ ਦਾ ਕੱਚਾ ਮਸਾਲਾ ਕੀ ਹੋ ਜਾਏਗਾ? ਕਵੀ ਦੀ ਭਾਸ਼ਾ ਹੋ ਜਾਏਗੀ। ਅਸੀਂ ਉਸ ਨੂੰ ਕਵੀ ਦੀ ਭਾਸ਼ਾ ਨੂੰ ਕਵਿਤਾ ਦਾ ਸਿਰਜਣਾ ਦਾ ਕੱਚਾ ਮਸਾਲਾ ਕਹਿ ਦੇਵਾਂਗੇ। ਜਿਵੇਂ ਹੁਣ ਇੱਥੇ ਇੱਕ ਗੱਲ ਕਹੀ ਗਈ ਹੈ, ਇਸ ਦੇ ਅੰਦਰ ਦੱਸਿਆ ਗਿਆ ਹੈ ਕਿ ਆਪਣੇ ਕੋਲ ਇਹ ਗੱਲ ਕਵਿਤਾ ਦੇ ਕੱਚੇ ਮਸਾਲੇ ਦੇ ਤੌਰ ਤੇ ਭਾਸ਼ਾ ਦੇ ਵਜੋਂ ਦੱਸੀ ਗਈ ਹੈ ਕਿ ਮੂਰਤੀਕਾਰ ਪੱਥਰ ਵਿੱਚੋਂ ਮੂਰਤੀ ਘੜਦਾ। ਇਹ ਗੱਲ ਆਪ ਨੂੰ ਪਤਾ ਹੋਏਗਾ। ਚਿੱਤਰਕਾਰ ਰੰਗਾਂ ਨਾਲ ਭਾਂਤ-ਭਾਂਤ ਦੇ ਚਿੱਤਰ ਬਣਾਉਂਦਾ। ਇਹ ਗੱਲ ਵੀ ਆਪ ਨੂੰ ਪਤਾ ਹੋਏਗਾ। ਇਉਂ ਹੀ ਕਵੀ ਭਾਸ਼ਾ ਦੀ ਵਰਤੋਂ ਕਰਕੇ ਕਵਿਤਾ ਦੀ ਸਿਰਜਣਾ ਕਰਦਾ ਹੈ। ਹੁਣ ਇਹ ਗੱਲਾਂ ਸਮਝਾਉਣ ਦੇ ਲਈ ਆਪ ਨੂੰ ਦੱਸੀਆਂ ਨੇ ਕਿ ਜਿਸ ਤਰੀਕੇ ਨਾਲ ਮੂਰਤੀਕਾਰ ਪੱਥਰ ਦੇ ਅੰਦਰੋਂ ਮੂਰਤੀ ਕੱਢ ਲੈਂਦਾ ਹੈ, ਚਿੱਤਰਕਾਰ ਬਹੁਤ ਖੂਬਸੂਰਤ ਰੰਗ ਭਰ ਕੇ ਉਸ ਨੂੰ ਮੂੰਹ ਬੋਲਦੀ ਤਸਵੀਰ ਬਣਾ ਦਿੰਦਾ ਹੈ, ਉਵੇਂ ਹੀ ਕਵੀ ਹੈ ਜਿਹੜੀ ਆਪਣੀ ਭਾਸ਼ਾ ਦੇ ਰਾਹੀਂ ਇੱਕ ਚੰਗੀ ਭਾਸ਼ਾ ਦੀ, ਆਪਣੀ ਭਾਸ਼ਾ ਦੀ ਵਰਤੋਂ ਕਰਕੇ, ਕਾਵੀ ਭਾਸ਼ਾ ਦੀ ਵਰਤੋਂ ਕਰਕੇ ਆਪਣੀ ਕਵਿਤਾ ਨੂੰ ਸਿਰਜਦਾ ਹੈ ਜਿਹੜੀ ਲੋਕਾਂ ਤੱਕ ਪਹੁੰਚ ਬਣਾਉਂਦੀ ਹੈ। ਕਵਿਤਾ ਨੂੰ ਅਸੀਂ ਭਾਵਾਂ ਦਾ ਹੜ੍ਹ ਜਾਂ ਆਪ ਹੁਦਰਾ ਵਹਿਣ ਕਹਿੰਦੇ ਹਾਂ। ਹੁਣ ਭਾਵਾਂ ਦਾ ਹੜ੍ਹ, ਭਾਵ ਯਾਨੀ ਸਾਡੇ ਜਿਹੜੇ ਮਨ ਦੇ ਖਿਆਲ ਵਿਚਾਰ, ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਭਾਵ, ਤੁਸੀਂ ਸਮਝ ਰਹੇ ਹੋਗੇ, ਸੰਵੇਗ ਤੁਸੀਂ ਸਮਝ ਰਹੇ ਹੋਗੇ। ਇਹ ਸਾਈਕੋ ਦੇ ਅੰਦਰ ਵੀ ਆਪਣਾ ਟੌਪਿਕ ਹੈ ਸੰਵੇਗ ਵਾਲਾ। ਹੁਣ ਸੰਵੇਗਾਂ ਦਾ ਹੜ੍ਹ ਤੁਸੀਂ ਸਮਝ ਹੀ ਰਹੇ ਹੋ, ਬਾੜ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ। ਹੁਣ ਸੰਵੇਗ ਹੁੰਦੇ ਨੇ ਜਿਹੜੇ, ਅਸੀਂ ਭਾਵ ਕਹਾਂਗੇ ਉਸ ਨੂੰ ਪੰਜਾਬੀ ਦੇ ਅੰਦਰ, ਕਿਉਂਕਿ ਆਪਾਂ ਨੂੰ ਉਹ ਸ਼ਬਦਾਂ ਦਾ ਵੀ ਜਾਣਕਾਰੀ ਹੋਣੀ ਚਾਹੀਦੀ ਹੈ, ਕਿਉਂਕਿ ਰਾਜਸਥਾਨ ਸੂਬੇ ਦੇ ਲਈ ਇਹ ਰੀਟ ਇਮਤਿਹਾਨ ਹੋਣ ਜਾ ਰਿਹਾ ਅਤੇ ਰਾਜਸਥਾਨ ਸੂਬੇ ਦੇ ਅੰਦਰ ਜ਼ਿਆਦਾਤਰ ਵਿਦਿਆਰਥੀ ਨੇ ਜਿਹੜੇ ਉਹ ਦੂਸਰੀਆਂ ਭਾਸ਼ਾ ਤੋਂ ਸੰਬੰਧਿਤ ਨੇ, ਜਾਂ ਫਿਰ ਉਹਨਾਂ ਦੀ ਮਾਂ ਬੋਲੀ ਕੋਈ ਹੋਰ ਹੈ ਪਰ ਉਹ ਪੰਜਾਬੀ ਲੈਂਗੁਏਜ ਪੜ੍ਹ ਰਹੇ ਨੇ, ਤਾਂ ਉਹਨਾਂ ਦੇ ਲਈ ਵੀ ਸੁਖਾਲਾ ਰਹੇ। ਇਸ ਲਈ ਮੇਰੀ ਕੋਸ਼ਿਸ਼ ਰਹੇਗੀ ਕਿ ਪੰਜਾਬੀ ਸ਼ਬਦ ਆਪ ਨੂੰ ਜੋ ਮਿਲਣ ਵਾਲੇ ਨੇ ਪੇਪਰ ਦੇ ਅੰਦਰ, ਉਹਨਾਂ ਦੀ ਵਰਤੋਂ ਕੀਤੀ ਜਾਏ ਤਾਂ ਕਿ ਆਪ ਉਸ ਤੋਂ ਰੂਬਰੂ ਹੁੰਦੇ ਰਹੋ। ਕਿਉਂਕਿ ਬਹੁਤ ਵਾਰ ਦੇਖਿਆ ਜਾਂਦਾ ਹੈ ਕਿ ਬੱਚਿਆਂ ਨੂੰ ਇਮਤਿਹਾਨ ਵੇਲੇ ਪੇਪਰ ਦੇ ਅੰਦਰ ਜਦੋਂ ਤੁਸੀਂ ਬੈਠੇ ਹੁੰਦੇ ਹੋ, ਤੁਸੀਂ ਆਪਣੀ ਤਿਆਰੀ ਸਮੇਂ ਕੋਈ ਹੋਰ ਸ਼ਬਦ ਪੜ੍ਹ ਕੇ ਜਾਂਦੇ ਹੋ, ਉਹੀ ਸ਼ਬਦ ਦਾ ਤੁਹਾਨੂੰ ਦੂਜਾ ਸਮਾਨਾਰਥੀ ਮਿਲ ਜਾਂਦਾ ਹੈ, ਜਿੱਥੇ ਤੁਸੀਂ ਕਨਫਿਊਜ਼ ਹੋ ਜਾਂਦੇ ਹੋ। ਘਰ ਵਾਪਸ ਆ ਕੇ ਫਿਰ ਕਹਿੰਦੇ ਉਹ ਬਹੁਤ ਵੱਡੀ ਚੂਕ ਹੋ ਗਈ, ਇਹ ਤਾਂ ਮੈਂ ਪੜ੍ਹ ਕੇ ਗਿਆ ਸੀ ਪਰ ਫਿਰ ਵੀ ਨਹੀਂ ਕਰ ਸਕਿਆ। ਤਾਂ ਇਸ ਲਈ ਕੋਸ਼ਿਸ਼ ਕਰਾਂਗੇ ਆਪਾਂ ਨੂੰ ਕਿ ਉਸ ਭਾਸ਼ਾ, ਜਿਵੇਂ ਪੰਜਾਬੀ ਭਾਸ਼ਾ ਦੇ ਸ਼ਬਦਾਂ ਦੀ ਹੀ ਵਰਤੋਂ ਕੀਤੀ ਜਾਏ। ਤਾਂ ਹੁਣ ਭਾਵਾਂ ਦਾ ਹੜ੍ਹ, ਯਾਨੀ ਜਿਹੜੇ ਉਸਦੇ ਭਾਵ ਨੇ, ਜਿਹੜੇ ਉਸਦੇ ਮਨ ਦੇ ਅੰਦਰੋਂ ਉੱਠਦੇ ਨੇ,
ਤਾਂ ਉਹਨਾਂ ਦਾ ਹੜ੍ਹ ਯਾਨੀ ਇੱਕ ਤਰੀਕੇ ਦਾ ਤੂਫਾਨ ਅਸੀਂ ਬਾੜ ਕਵਾਂਗੇ, ਜਿਹੜੀ ਬਾੜ ਟਾਈਪ ਜਿਹੜਾ ਇੱਕ ਬਹੁਤ ਜ਼ਿਆਦਾ ਪਾਣੀ ਆ ਜਾਂਦਾ ਹੈ। ਆਪ ਮੁਹਾਰਾ ਵਹਿਣਾ, ਹੁਣ ਆਪ ਮੁਹਾਰਾ ਵਹਿਣਾ, ਹੜ੍ਹ ਕਦੇ ਵੀ ਇਹ ਨਹੀਂ ਕਹਿੰਦਾ ਕਿ ਵੀ ਬਈ ਮੈਂ ਕਿਹੜੇ ਰਾਹ ਜਾਵਾਂ, ਉਹ ਆਪਣੇ ਆਪ ਰਸਤੇ ਬਣਾਉਂਦਾ। ਅਤੇ ਜਦੋਂ ਕਵੀ ਦੇ ਮਨ ਦੇ ਅੰਦਰ ਕੋਈ ਭਾਵ ਪੈਦਾ ਹੁੰਦੇ ਨੇ ਤਾਂ ਉਹਨਾਂ ਦਾ ਵਹਿਣ ਇੰਨਾ ਤੇਜ਼ ਹੁੰਦਾ ਹੈ ਕਿ ਉਹ ਆਪਣੇ ਆਪ ਰਸਤਾ ਬਣਾ ਲੈਂਦਾ, ਅਰਥਾਤ ਉਸਦੀ ਤੁਕਬੰਦੀ ਕਰ ਲੈਂਦਾ ਹੈ, ਯਾਨੀ ਉਹ ਸ਼ਬਦਾਂ ਦੀ ਤੁਕਬੰਦੀ ਕਰ ਲੈਂਦਾ ਹੈ। ਉਹ ਤੁਕਬੰਦੀ ਕੀਤੇ ਹੋਏ ਸ਼ਬਦ ਨੇ ਜਿਹੜੇ ਬਾਅਦ ਦੇ ਅੰਦਰ ਕਵਿਤਾ ਦਾ ਰੂਪ ਧਾਰਨ ਕਰ ਜਾਂਦੇ ਨੇ। ਇਹ ਹੁੰਦੀ ਹੈ ਕਾਵੀ ਭਾਸ਼ਾ। ਭਾਵਾਂ ਦਾ ਇਹ ਹੜ੍ਹ ਭਾਸ਼ਾਈ ਵਿਆਕਰਨਿਕ ਨਿਯਮਾਂ ਦੇ ਬੰਧਨਾਂ ਤੋਂ ਮੁਕਤ ਹੋ ਕੇ ਵਹਿੰਦਾ ਹੈ, ਅਰਥਾਤ ਕਾਵੀ ਭਾਸ਼ਾ ਵਿਆਕਰਨ ਦੇ ਨਿਯਮਾਂ ਤੋਂ ਪ੍ਰਾਹਨ ਕਰਦੀ ਹੈ, ਭਾਵ ਪਰੇ ਜਾਂ ਪਾਸੇ ਹੁੰਦੀ ਹੈ ਅਤੇ ਇਹਨਾਂ ਨਿਯਮਾਂ ਦਾ ਪਾਲਣ ਨਹੀਂ ਕਰਦੀ। ਹੁਣ ਇਸ ਦੇ ਅੰਦਰ ਕੀ ਹੁੰਦਾ ਹੈ ਕਿ ਇਹ ਜਦੋਂ ਕਵੀ ਦੇ ਇਹ ਕਾਵੀ ਭਾਸ਼ਾ ਹੁੰਦੀ ਹੈ ਜਿਹੜੀ ਅਸਲ ਦੇ ਅੰਦਰ, ਇਸ ਨੂੰ ਵਿਆਕਰਨਿਕ ਇਕਾਈ ਦੇ ਉੱਪਰ ਅਸੀਂ ਖਰਿਆ ਨਹੀਂ ਉਤਾਰ ਸਕਦੇ, ਉਸ ਤੋਂ ਮੁਕਤ ਹੁੰਦੀ ਹੈ। ਐਸੇ ਲਈ ਤਾਂ ਆਪਾਂ ਇਸ ਕਵਿਤਾ ਦੇ ਜਿਹੜੇ ਦੂਸਰੇ ਤੱਤ ਆ ਜਾਂਦੇ ਨੇ, ਜਿਹੜੇ ਅੱਗੇ ਆਪਾਂ ਪੜ੍ਹਨੇ ਵੀ ਹੈ, ਜਿਵੇਂ ਕਿ ਰਾਸ, ਛੰਦ, ਅਲੰਕਾਰ, ਉਹਨਾਂ ਦਾ ਯੋਗਦਾਨ ਹੈ ਜਿਹੜਾ ਉਹ ਬਹੁਤ ਹੀ ਵਡਮੁੱਲਾ ਹੋ ਜਾਂਦਾ ਹੈ। ਐਸੇ ਕਾਰਨ ਹੋ ਜਾਂਦਾ ਹੈ ਕਵੀ ਦੀ ਭਾਸ਼ਾ ਵਿੱਚ ਅਜੀਬ ਕੋਮਲਤਾ, ਅਰਥ ਸ਼ਕਤੀ ਅਤੇ ਅਲੌਕਿਕ ਸੁੰਦਰਤਾ ਫੁੱਟ ਨਿਕਲਦੀ। ਦੇਖੋ, ਇਹ ਗੁਣ ਹੋਣੇ ਚਾਹੀਦੇ ਹੈ। ਕਵੀ ਕੌਣ ਹੋਏਗਾ? ਜਿਹਦੇ ਅੰਦਰ ਇਸ ਪ੍ਰਕਾਰ ਦੀਆਂ ਖੂਬੀਆਂ ਹੋਣਗੀਆਂ। ਖੂਬੀਆਂ ਕਿਸ ਪ੍ਰਕਾਰ ਦੀਆਂ? ਤੁਸੀਂ ਦੇਖ ਰਹੇ ਹੋ ਕਿ ਇੱਕ ਤਾਂ ਉਸਦੀ ਭਾਸ਼ਾ ਦੇ ਅੰਦਰ ਕੋਮਲਤਾ ਹੋਵੇ, ਦੂਜੀ ਅਰਥ ਸ਼ਕਤੀ ਹੋਵੇ, ਯਾਨੀ ਇਸ ਪ੍ਰਕਾਰ ਦੇ ਸ਼ਬਦਾਂ ਨੂੰ ਵਰਤੇ ਕਿ ਉਹ ਦੂਜਿਆਂ ਦੇ ਲਈ ਕੋਈ ਵਿਸ਼ੇਸ਼ ਅਰਥ ਪੈਦਾ ਕਰ ਦੇਵੇ। ਅਲੌਕਿਕ ਸੁੰਦਰਤਾ, ਇਸ ਪ੍ਰਕਾਰ ਦੀ ਅਲੌਕਿਕ ਸੁੰਦਰਤਾ ਤੋਂ ਭਾਵ ਹੈ ਕਿ ਇਸ ਪ੍ਰਕਾਰ ਦੀ ਸੁੰਦਰਤਾ ਜਿਹੜੀ ਹਰ ਇੱਕ ਇਨਸਾਨ ਦੇ ਮਨ ਨੂੰ, ਜਿਹੜਾ ਕਵਿਤਾ ਸੁਣ ਰਿਹਾ ਹੈ ਜਾਂ ਫਿਰ ਪੜ੍ਹ ਰਿਹਾ ਹੈ, ਉਸ ਦੇ ਮਨ ਨੂੰ ਇੰਨਾ ਸੁੰਦਰ ਬਣਾ ਦੇਵੇ, ਯਾਨੀ ਉਸ ਦੀ ਆਤਮਿਕ ਸੁੰਦਰਤਾ ਤੱਕ ਪਹੁੰਚ ਬਣਾ ਸਕੇ। ਐਸੀ ਕਵੀ ਦੀ ਭਾਸ਼ਾ ਹੋਣੀ ਚਾਹੀਦੀ। ਉਹ ਕਵੀ ਹੋ ਸਕਦਾ ਹੈ, ਅਸੀਂ ਇਹ ਕਹਾਂਗੇ ਕਿ ਉਹ ਕਵੀ ਹੋ ਸਕਦਾ ਹੈ ਜਿਸ ਦੇ ਸ਼ਬਦ ਤੁਕਬੰਦੀ ਕੀਤੇ ਹੋਏ ਸ਼ਬਦ ਨੇ ਜਿਹੜੇ ਅਲੌਕਿਕ ਸੁੰਦਰਤਾ ਦੀ ਪਹੁੰਚ ਰੱਖਦੇ ਹੋਣ, ਉਹ ਕਵੀ ਦੀ ਇੱਕ ਉੱਤਮ ਭਾਸ਼ਾ ਅਸੀਂ ਕਹਿ ਸਕਦੇ ਹਾਂ। ਕਵੀ ਆਪਣੇ ਵਿਚਾਰਾਂ ਤੇ ਭਾਵਾਂ ਨੂੰ ਰਸਾਤਮਿਕ ਭਾਸ਼ਾ ਰਾਹੀਂ ਪ੍ਰਗਟ ਕਰਦਾ ਹੈ। ਇਹ ਗੱਲ ਬਹੁਤ ਜ਼ਰੂਰੀ ਹੈ। ਜੇ ਰਸ ਨਹੀਂ ਹੋਏਗਾ ਤਾਂ ਕਵਿਤਾ ਹੈ ਜਿਹੜੀ ਉਹ ਸਵਾਦਹੀਣ ਹੋ ਜਾਏਗੀ। ਇਸ ਲਈ ਮੈਂ ਪਿਛਲੀ ਕਲਾਸ ਦੇ ਅੰਦਰ ਅਰਥ ਵੇਲੇ ਅਤੇ ਪਰਿਭਾਸ਼ਾ ਵੇਲੇ ਇਹ ਗੱਲਾਂ ਦੱਸੀਆਂ ਸਨ ਕਿ ਕਵਿਤਾ ਆਪਣੇ ਰਸ ਦੇ ਰਾਹੀਂ ਹੀ ਉਹ ਦੱਸਦੀ ਹੈ ਕਿ ਜਿਹੜੇ ਉਸਦੇ ਸਰੋਤੇ ਨੇ, ਪਾਠਕ ਨੇ, ਜਿਹੜੇ ਉਸਦੇ ਪੜ੍ਹ ਰਹੇ ਨੇ ਜਾਂ ਫਿਰ ਸੁਣ ਰਹੇ ਨੇ, ਉਹਨਾਂ ਨੂੰ ਉਸਨੇ ਕਿਹੜੇ ਵਹਿਣ 'ਚ ਬਹਾਉਣਾ ਹੈ। ਉਹਨਾਂ ਨੇ ਕਵੀ ਨੇ ਆਪਣੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਖੁਸ਼ੀਆਂ ਦੇ ਇੱਕ ਸਮੁੰਦਰ ਦੇ ਅੰਦਰ ਡੋਬੀਆਂ ਲਗਵਾਉਣੀਆਂ ਹੈ, ਜਾਂ ਇੱਕ ਉਤਸ਼ਾਹ ਦੇ ਅੰਦਰ ਲਵਾਉਣੀਆਂ ਹੈ, ਜਾਂ ਕਰੂਣਾ ਦੇ ਅੰਦਰ ਲਵਾਉਣੀਆਂ ਹੈ, ਜਾਂ ਹਾਸ ਰਸ ਭਰਪੂਰ ਬਣਾਉਣਾ ਹੈ, ਤਾਂ ਉਹ ਉਸ ਦੀ ਕਵਿਤਾ ਦੇ ਰਸਾਂ ਦੇ ਉੱਪਰ ਡਿਪੈਂਡ ਕਰਦਾ ਹੈ, ਆਧਾਰਿਤ ਹੁੰਦਾ ਹੈ। ਇਸ ਤਰ੍ਹਾਂ ਕਵੀ ਦੀ ਭਾਸ਼ਾ ਸਾਡੀਆਂ ਭਾਵਨਾਵਾਂ, ਅਹਿਸਾਸਾਂ ਅਤੇ ਸੰਵੇਦਨਾ ਨੂੰ ਜਗਾਉਂਦੀ ਹੋਈ ਕਿਸੇ ਵਿਸ਼ੇ ਦੀ ਡੂੰਘੀ ਤਹਿ ਤੱਕ ਪਹੁੰਚਦੀ ਹੈ। ਤਾਂ ਇਹ ਗੱਲਾਂ ਹੋਣ, ਜਿਸ ਇਨਸਾਨ ਦੇ ਅੰਦਰ ਇਸ ਪ੍ਰਕਾਰ ਦੀਆਂ ਖੂਬੀਆਂ ਹੋਣ, ਉਹ ਅਸਲ ਦੇ ਅੰਦਰ ਇੱਕ ਕਵੀ ਬਣ ਸਕਦਾ ਹੈ, ਜਿਹੜਾ ਦੂਜਿਆਂ ਦੇ ਮਨ ਦੇ ਅੰਦਰ ਤੱਕ ਪਹੁੰਚ ਬਣਾ ਕੇ ਉਹਨਾਂ ਦੇ ਅੰਦਰ ਇੱਕ ਅਲੌਕਿਕ ਸੁੰਦਰਤਾ ਦਾ ਪ੍ਰਕਾਸ਼ ਕਰ ਸਕੇ। ਉਹ ਇੱਕ ਅਸੀਂ ਕਵੀ ਦੀ ਇੱਕ ਉੱਤਮ ਭਾਸ਼ਾ ਕਹਿ ਸਕਦੇ ਹਾਂ। ਫਿਰ ਇਸ ਤੋਂ ਬਾਅਦ ਆਪਣੇ ਕੋਲੇ ਕਾਵੀ ਭਾਸ਼ਾ ਨੂੰ ਵੀ ਪਹਿਲੇ ਵਧੀਆ ਤਰੀਕੇ ਨਾਲ ਸਮਝਾਂਗੇ, ਕਿਉਂਕਿ ਸਾਹਿਤ ਬਹੁਤ ਇੱਕ ਪੁਸਤਕ ਇਸ ਪ੍ਰਕਾਰ ਦੀ ਪੁਸਤਕ ਹੈ ਜਿਸ ਦੇ ਅੰਦਰ ਹੋ ਸਕਦਾ ਹੈ ਕਿ ਆਪ ਨੂੰ ਸਿੱਧੇ ਪ੍ਰਸ਼ਨ ਵੀ ਪੁੱਛ ਲੈਣ, ਕਿਉਂਕਿ ਸਿਲੇਬਸ ਦੇ ਅੰਦਰ ਇਸ ਤੋਂ ਪਹਿਲੇ ਜੋ ਆਪਣਾ ਸਿਲੇਬਸ ਸੀ ਉਸ ਦੇ ਅੰਦਰ ਵੀ ਇਹ ਪੁਸਤਕ ਲਗਾਈ ਗਈ ਸੀ, ਅਤੇ ਆਪ ਨੂੰ ਜੋ ਪੁਸਤਕਾਂ ਦਾ ਜਿਹੜਾ ਦਾਇਰਾ ਦਿੱਤਾ ਹੈ ਤਾਂ ਉਹ ਇਹ ਦਾਇਰਾ ਹੀ ਸੀ, ਕੋਈ ਹੋਰ ਦਾਇਰਾ ਨਹੀਂ ਸੀ। ਤਾਂ ਇਸੇ ਲਈ ਮੈਂ ਇਸ ਦੇ ਅੰਦਰ ਸ਼ਾਮਿਲ ਕੀਤੀਆਂ ਨਹੀਂ, ਪਰ ਇਸ ਤੋਂ ਇਲਾਵਾ ਵੀ ਮੈਂ ਲੈ ਕੇ ਆਵਾਂਗਾ ਆਪ ਦੇ ਲਈ, ਕਿਉਂਕਿ ਟੌਪਿਕ ਕੰਪਲੀਟ ਕਰਨਾ ਵੀ ਸਾਡਾ ਉਦੇਸ਼ ਹੋਣਾ ਚਾਹੀਦਾ ਹੈ। ਤਾਂ ਹੁਣ ਗੱਲ ਕਰਦੇ ਹਾਂ, ਕਾਵੀ ਭਾਸ਼ਾ ਦੀ ਵਰਤੋਂ ਖਿਆਲਾਂ ਭਾਵਾਂ ਦੇ ਅਨੁਕੂਲ ਹੁੰਦੀ ਹੈ, ਯਾਨੀ ਖਿਆਲ ਕਹਿ ਲਓ ਤੁਸੀਂ, ਭਾਵ ਕਹਿ ਲਓ, ਉਹਨਾਂ ਦੇ ਅਨੁਕੂਲ ਹੋਣੀ ਚਾਹੀਦੀ ਹੈ ਕਵੀ ਦੀ ਜਿਹੜੀ ਭਾਸ਼ਾ ਹੈ। ਜੇਕਰ ਕਵਿਤਾ ਵਿੱਚ ਪਿਆਰ ਭਾਵ ਦਾ ਪ੍ਰਗਟਾਵਾ ਹੈ ਤਾਂ ਭਾਸ਼ਾ ਵੀ ਕੋਮਲ, ਸੂਝ ਭਰਪੂਰ, ਸੰਗੀਤਮਈ ਅਤੇ ਕੋਮਲ ਧੁਨੀਆਂ ਵਾਲੀ ਹੋਏਗੀ। ਇਹ ਗੱਲ ਬੜੀ ਜ਼ਰੂਰੀ ਹੈ। ਐਸੇ ਲਈ ਤਾਂ ਕਿਹਾ ਜਾਂਦਾ ਨਾ ਕਿ ਹਰ ਇੱਕ ਕਵੀ ਨਹੀਂ ਹੋ ਸਕਦਾ।
कि जेकर कविता है अपनी जिहड़ी प्यार भाव वाली है, उस दे अंदर एक खुशी का प्रगटावा देने वाली है, उसनूं सुकून देने वाली है, तो उसकी भाषा कैसी होएगी? कोमल होएगी। एक इस प्रकार की होएगी जिहड़ी उसकी जिहड़ी अंदर की आत्मिक सुंदरता है जिहड़ी उसनूं कायम कर सके। संगीत पैदा करने वाली, उसदियां धुनियां बड़ियां मिठियां मिठियां जिहियां होणगियां, आपां नूं इस प्रकार दियां लगणगियां। पर जेकर कविता विच वीरता, सूरमगति, जिसनूं तुसीं वीर वार दे अंदर ये टॉपिक पढ़िया होएगा, वार आप नूं इस चैनल के उपर अवेलेबल भी करवाई है, वो टॉपिक कंप्लीट करवा चुकिया हाँ मैं। तो सूरमगति का भाव है तो इस भाषा दीयां धुनियां भी तेज सवी, ओज सवी अते वीर रस पैदा करने दे समर्थ होणगियां। तो ये गल आपां समझीए कि ये कविता के रस ते निर्भर करता है कि वह अपने पाठक नूं, श्रोतिਆਂ नूं किस रस दे नाल भरपूर करना चाहुंदा है, किस रस दे अंदर वह डोबियां लवाउणा चाहुंदा है। खुशी दे अंदर, हासे दे अंदर, करुणा दे अंदर, उत्साह के अंदर, वो कवि दे कविता तय करती है। कवि की भाषा है जिहड़ी उस दे अंदर शब्द वरते जाते हैं, उसका रस तय करता है। कावी भाषा विच शब्दां की चोण का भी महत्व है। शब्द अजिहे होण जो विषय नूं स्पष्ट करने की शक्ति रखते होण ਅਤੇ ਨਾਲੋਂ ਨਾਲ कवि ਹਿਰਦੇ ਦੀਆਂ ਭਾਵ ਤਰੰਗਾਂ ਨੂੰ ਉਲੀਕਣ ਲਈ ਸ਼ਬਦ ਚਿੱਤਰ ਸਿਰਜ ਸਕਦੇ ਹੋਣ। ਇਸ ਤੋਂ ਇਲਾਵਾ ਕਵਿਤਾ ਦੀ ਭਾਸ਼ਾ ਸੁਝਾਊ ਹੁੰਦੀ ਹੈ। ਜੇ ਸ਼ਬਦਾਂ ਵਿੱਚ ਲੁਕੇ ਹੋਏ ਕੋਈ ਅਰਥਾਂ ਨੂੰ ਉਜਾਗਰ ਕਰਨ ਦੇ ਸਮਰੱਥ ਹੁੰਦੀ ਹੈ। ਲੈ, ਸੁਰ ਤਾਲ ਤੇ ਸੰਗੀਤਮਕਤਾ ਕਾਵੀ ਭਾਸ਼ਾ ਦਾ ਸਹਿਜ ਅੰਗ ਹੈ। ਤਾਂ ਇਹ ਖਾਸ ਗੱਲਾਂ ਨੇ ਸਾਥੀਓ ਕਾਵੀ ਭਾਸ਼ਾ ਦੀਆਂ। ਮੈਨੂੰ ਆਸ ਹੈ ਕਿ ਆਪ ਨੂੰ ਕਾਵੀ ਭਾਸ਼ਾ ਸਮਝ ਆਈ ਹੋਏਗੀ ਤੇ ਕਾਵੀ ਭਾਸ਼ਾ ਤੋਂ ਸੰਬੰਧਿਤ ਪ੍ਰਸ਼ਨ ਪੁੱਛ ਸਕਦੇ ਨੇ। ਆਪ ਨੂੰ ਮੂਲ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਅਸਲ ਦੇ ਅੰਦਰ ਕਾਵੀ ਭਾਸ਼ਾ ਹੁੰਦੀ ਕੀ ਹੈ। ਯਾਨੀ ਕਵੀ ਜਿਹੜਾ ਆਪਣੀ ਕਵਿਤਾ ਦੇ ਅੰਦਰ ਜੋ ਭਾਸ਼ਾ ਵਰਤ ਰਿਹਾ ਹੈ, ਉਹਨੂੰ ਅਸੀਂ ਕਾਵੀ ਭਾਸ਼ਾ ਦਾ ਇੱਕ ਨਾਮ ਦੇ ਕੇ ਇੱਕ ਛੋਟੇ ਜਿਹੇ ਸ਼ਬਦਾਂ ਦੇ ਅੰਦਰ ਅਸੀਂ ਕਹਿ ਸਕਦੇ ਹਾਂ, ਸਮਝ ਸਕਦੇ ਹਾਂ। पर पैरे के अंदर इस तो संबंधी जोड़े प्रश्न चुकने ने, उन्होंने उस पूरे समुचे पैरे नूं आवरण च लैके चुकने ने, कोई एक पंक्ति चों नहीं चुकने। ये आप जो प्रैक्टिस करांगे ना, पहले मैं जोड़े मूल टॉपिक ने वो आपनूं अवेलेबल करवा रहा हाँ, उस तो बाद च आपनूं ये अवेलेबल करवा देंगा। अज की क्लास के अंदर आप इन्ना ही देखांगे। अगली क्लास के अंदर विचार ते अगले पॉइंट देखांगे जो कि कविता के नैक्सट तत्त मन्ने जाते हैं। धन्यवाद साथियों।